ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਕਮਲਜੀਤ ਕੌਰ, ਸਾਇੰਸ ਟੀਚਰ, ਸਰਕਾਰੀ ਹਾਈ ਸਕੂਲ ਗਹੀਰ ਜਲੰਧਰ ਤੋਂ। ਪਿਆਰੇ ਬੱਚੇ, ਕਰਨਾ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਤੇ ਆਪਣੇ ਅਧਿਆਪਕ ਸਹਿਬਾਨ ਵੱਲੋਂ ਦਿੱਤੇ ਗਏ ਹਰ ਕੰਮ ਨੂੰ ਦਿਲ ਲਗਾ ਕੇ ਕਰਦੇ ਹੋਵੋਗੇ। ਪਿਆਰੇ ਬੱਚਿਓ, ਅੱਜ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੁਹਾਡੀ ਕਲਾਸ 7th ਕਲਾਸ ਦੇ ਚੈਪਟਰ ਨੰਬਰ 12 ਰਿਪਰੋਡਕਸ਼ਨ ਆਫ ਪਲਾਂਟਸ ਪੌਦਿਆਂ ਵਿੱਚ ਪ੍ਰਜਨਨ ਦੀ ਐਕਟੀਵਿਟੀ ਨੰਬਰ 12.4 ਜਿਹਦੇ ਵਿੱਚ ਆਪਾਂ ਫੁੱਲਾਂ ਦੇ ਜਨਨ ਅੰਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਤੇ ਇਸ ਦਾ ਪੇਜ ਨੰਬਰ ਹੈ 144। ਤੁਸੀਂ ਸਾਰੇ ਆਪਣੀ ਬੁੱਕ ਵੀ ਨਾਲ ਲੈ ਸਕਦੇ ਹੋ ਤੇ ਆਪਣੀ ਜੋ ਹੈ ਉਹ ਕਾਪੀ ਵੀ ਨਾਲ ਲੈ ਸਕਦੇ ਹੋ। ਤੁਸੀਂ ਸਾਰਿਆਂ ਨੇ ਪਿਛਲੀ ਜਮਾਤ ਦੇ ਵਿੱਚ ਫੁੱਲ ਦੇ ਵੱਖ-ਵੱਖ ਭਾਗਾਂ ਬਾਰੇ ਵੀ ਜਾਣਿਆ ਸੀ। ਇਸ ਜਮਾਤ ਵਿੱਚ ਅਸੀਂ ਫੁੱਲ ਦੇ ਜਨਨ ਅੰਗਾਂ ਬਾਰੇ ਵੀ ਜਾਣਾਂਗੇ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਇਸ ਨੂੰ ਧਿਆਨ ਨਾਲ ਸਮਝੋਗੇ, ਸੁਣੋਗੇ ਤੇ ਆਪਣੇ ਦਿਮਾਗ ਵਿੱਚ ਜ਼ਰੂਰ ਬਿਠਾਓਗੇ, ਕਿਉਂਕਿ ਫੁੱਲ ਦਾ ਨਾਮ ਸੁਣਦਿਆਂ ਹੀ ਸਾਨੂੰ ਬਹੁਤ ਹੀ ਅੱਛਾ ਲੱਗਦਾ ਹੈ। ਇਸ ਦੀ ਮਿੱਠੀ ਮਿੱਠੀ ਸੁਗੰਧ ਸਾਨੂੰ ਹੋਰ ਫੁੱਲ ਬਾਰੇ ਜਾਣਨ ਲਈ ਪ੍ਰੇਰਿਤ ਕਰਦੀ ਹੈ। ਤੇ ਆਓ ਅਸੀਂ ਸਭ ਤੋਂ ਪਹਿਲਾਂ ਫੁੱਲ ਦੇ ਵੱਖ-ਵੱਖ ਭਾਗਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪਿਆਰੇ ਬੱਚਿਓ, ਇਹ ਜੋ ਸਾਨੂੰ ਹਰੀਆਂ ਪੱਤੀਆਂ ਨਜ਼ਰ ਆ ਰਹੀਆਂ ਹਨ, ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਹਰੀਆਂ ਪੱਤੀਆਂ, ਸੈਪਲ। ਰੰਗਦਾਰ ਪੱਤੀਆਂ ਕੀ ਹਨ? ਬਹੁਤ ਸੁੰਦਰ ਲੱਗ ਰਹੀਆਂ ਹਨ ਬੇਟਾ, ਪੈਟਲਸ। ਕੀ ਹੈ ਨੇ? ਪੈਟਲ। ਇਹਨਾਂ ਦੇ ਵਿੱਚ ਇਹਨਾਂ ਦੇ ਫਲਾਸ ਦੇ ਰਿਪਰੋਡਕਟਿਵ ਪਾਰਟ ਹਨ। ਜਿਸ ਤਰ੍ਹਾਂ ਇਹ ਕੀ ਹੈ? ਆ ਜੋ ਸਾਨੂੰ ਪੀਲੇ ਰੰਗ ਦਾ ਨਜ਼ਰ ਆ ਰਿਹਾ, ਇਹ ਪੁੰਕੇਸਰ ਹੈ, ਜਿਸ ਦੇ ਦੋ ਮੇਨ ਭਾਗ ਹਨ, ਪਰਾਗਕੋਸ਼ ਅਤੇ ਤੰਤੂ। ਇਸਤਰੀ ਕੇਸਰ ਭਾਗ, ਇਹ ਬਿਲਕੁਲ ਸੈਂਟਰ ਦੇ ਵਿੱਚ ਜੋ ਹੈ ਇਹ ਇਸਤਰੀ ਕੇਸਰ ਭਾਗ ਹੈ, ਜੋ ਕਿ 3 ਇਹਦੇ ਅੱਗੋਂ ਭਾਗ ਹਨ। ਪਹਿਲਾ ਹੈ ਪਰਾਗਕਣ ਗ੍ਰਾਹੀ, ਦੂਸਰਾ ਹੈ ਇਹ ਜੋ ਲੰਬਾ ਜਿਹਾ ਸਾਨੂੰ ਨਜ਼ਰ ਆ ਰਿਹਾ ਪਰਾਗਕਣ ਵਹਿਨੀ, ਤੇ ਸਭ ਤੋਂ ਥੱਲੇ ਕੀ ਹੈ? ਓਵਰੀ, ਬੀਜਦਾਨੀ, ਜਿਸ ਦੇ ਵਿੱਚ ਬੀਜ ਅੰਡੇ ਹੁੰਦੇ ਹਨ। ਪਿਆਰੇ ਬੱਚਿਓ, ਜਿਨ੍ਹਾਂ ਪੌਦਿਆਂ ਦੇ ਵਿੱਚ ਇੱਕ ਲਿੰਗੀ ਜੋ ਫੁੱਲ ਹੁੰਦੇ ਹਨ, ਇੱਕ ਲਿੰਗੀ ਫੁੱਲ, ਉਹਨਾਂ ਦੇ ਵਿੱਚ ਪੁੰਕੇਸਰ ਜਾਂ ਇਸਤਰੀ ਕੇਸਰ ਹੁੰਦਾ ਹੈ। ਪੌਦਾ ਇੱਕ ਲਿੰਗੀ ਫੁੱਲ ਵਾਲਾ ਹੈ, ਉਹਦੇ ਵਿੱਚ ਜਾਂ ਤਾਂ ਇਕੱਲਾ ਪੁੰਕੇਸਰ ਹੋਵੇਗਾ ਜਾਂ ਇਕੱਲਾ ਇਸਤਰੀ ਕੇਸਰ ਹੋਵੇਗਾ। ਜਿਸ ਤਰ੍ਹਾਂ ਖੀਰਾ ਅਤੇ ਪਪੀਤਾ, ਇਹ ਉਹਦੀਆਂ ਉਦਾਹਰਨਾਂ ਹਨ। ਜਿਨ੍ਹਾਂ ਫੁੱਲਾਂ ਦੇ ਵਿੱਚ ਪੁੰਕੇਸਰ ਤੇ ਇਸਤਰੀ ਕੇਸਰ ਦੋਵੇਂ ਹੁੰਦੇ ਹਨ, ਉਹਨਾਂ ਨੂੰ ਆਪਾਂ ਦੋ ਲਿੰਗੀ ਫੁੱਲ ਕਹਿੰਦੇ ਹਾਂ, ਜਿਸ ਦੀ ਉਦਾਹਰਨ ਹੈ ਗੁਲਾਬ ਅਤੇ ਸਰੋਂ ਦੇ ਪੌਦੇ ਦੇ ਫੁੱਲ। ਪਿਆਰੇ ਬੱਚਿਓ, ਆਪਾਂ ਹੁਣ ਪੁੰਕੇਸਰ ਦੇ ਬਾਰੇ ਡਿਟੇਲ ਦੇ ਵਿੱਚ ਪੜਾਂਗੇ। ਪੁੰਕੇਸਰ, ਜਿਸ ਤਰ੍ਹਾਂ ਕਿ ਇਹ ਮੇਰੇ ਕੋਲ ਹਿਬਿਸਕਸ ਰੋਜ਼ਾ, ਜਿਸ ਨੂੰ ਆਪਾਂ ਚਾਈਨਾ ਰੋਜ਼ ਵੀ ਕਹਿੰਦੇ ਹਾਂ, ਉਹ ਇੱਥੇ ਵੀ ਦਿਖਾਇਆ ਗਿਆ ਹੈ, ਜਿਸ ਦੇ ਵਿੱਚ ਉਸਦੇ ਮੇਲ ਪਾਰਟ ਤੇ ਫੀਮੇਲ ਪਾਰਟ ਨੂੰ ਬਹੁਤ ਕਲੀਅਰ ਢੰਗ ਨਾਲ ਦੱਸਿਆ ਗਿਆ ਹੈ। ਇਹਦੇ ਵਿੱਚ ਜੋ ਹੈ ਸਟੇਮਨ, ਜਿਸ ਨੂੰ ਆਪਾਂ ਪੁੰਕੇਸਰ ਕਹਿੰਦੇ ਹਾਂ, ਇਹਦੇ ਦੋ ਭਾਗ ਹਨ। ਇਹ ਲੰਬੇ ਵਾਲੇ ਭਾਗ ਨੂੰ ਆਪਾਂ ਤੰਤੂ ਕਹਿੰਦੇ ਹਾਂ, ਜੋ ਸਭ ਤੋਂ ਉੱਤੇ ਹੈ ਉਸ ਨੂੰ ਆਪਾਂ ਪਰਾਗਕੋਸ਼ ਜਾਂ ਐਂਥਰ ਕਹਿੰਦੇ ਹਾਂ। ਪਰਾਗਕੋਸ਼ ਦੇ ਵਿੱਚ ਅੱਗੇ ਪਰਾਗਕਣ ਹੁੰਦੇ ਹਨ, ਜੋ ਕਿ ਨਰ ਜੁਗਨਾਂ ਨੂੰ ਬਣਾਉਂਦੇ ਹਨ। ਇਹ ਮੇਰੇ ਕੋਲ ਜੋ ਹੈ ਹਿਬਿਸਕਸ ਰੋਜ਼ਾ ਦਾ ਹੀ ਹੈ। ਆ ਦੇਖੋ, ਇਹਦੇ ਵਿੱਚ ਆ ਸਾਰੇ ਸਾਨੂੰ ਨਜ਼ਰ ਆ ਰਹੇ ਹਨ। ਇਹਦੇ ਵਿੱਚ ਜੋ ਨੇ ਐਂਥਰ, ਪਰਾਗਕੋਸ਼ ਜਿਹੜੇ ਆ, ਬਹੁਤ ਜਿਹੜੇ ਆ ਇੱਥੋਂ ਕਲੀਅਰ ਨਜ਼ਰ ਆ ਰਹੇ ਨੇ, ਪਰ ਸ਼ਾਇਦ ਮੈਂ ਇਹਨਾਂ ਨੂੰ ਸਾਰੇ ਰੰਗਦਾਰ ਪੱਤੀਆਂ ਨੂੰ ਉਤਾਰ ਕੇ ਮੈਂ ਆ ਲਾਏ ਹੋਏ ਸੀਗੇ। ਆ ਦੇਖੋ, ਇੱਥੇ ਬਹੁਤ ਜ਼ਿਆਦਾ ਕਲੀਅਰ ਹਨ। ਆ ਕੀ ਪਰਾਗਕੋਸ਼ ਅਤੇ ਜਿਹੜੇ ਤੰਤੂ ਹੈ, ਇਹ ਕਲੀਅਰ ਇਹਦੇ ਵਿੱਚ ਨਜ਼ਰ ਆ ਰਹੇ ਹਨ। ਉਸ ਤੋਂ ਬਾਅਦ ਬੇਟੇ, ਮੈਂ ਥੋੜੀ ਇੱਕ ਸਲਾਈਡਸ 'ਤੇ ਵੀ ਕੱਢੇ ਹੋਏ ਹਨ, ਜਿਹੜੇ ਮੈਂ ਤੁਹਾਨੂੰ ਦਿਖਾਉਂਦੀ ਹਾਂ। ਇਹਨਾਂ ਨੂੰ ਉਹ ਬਹੁਤ ਜਿਹੜੇ ਕਲੀਅਰ ਆ, ਤੰਤੂ ਤੇ ਪਰਾਗਕੋਸ਼ ਜਿਹੜੇ ਆ, ਇਹਦੇ ਵਿੱਚ ਆ ਦੇਖੋ ਵਾਈਟ ਜਿਹੜੇ ਆ ਇਹ ਨਜ਼ਰ ਆ ਰਹੇ ਹਨ। ਜੋ ਲੰਬੇ ਵਾਲਾ ਭਾਗ ਹੈ ਉਹ ਹੈ ਤੰਤੂ, ਜੋ ਉੱਪਰ ਹੈ ਇਹਨੂੰ ਆਪਾਂ ਕੀ ਪਰਾਗਕੋਸ਼ ਕਹਿ ਰਹੇ, ਜਿਹਦੇ ਵਿੱਚ ਪਰਾਗਕਣ ਹੁੰਦੇ ਹਨ। ਇਸੇ ਤਰ੍ਹਾਂ ਦੂਸਰਾ ਜੋ ਜਨਨ ਅੰਗ ਹੈ ਫੁੱਲ ਦਾ, ਉਹ ਹੈ ਇਸਤਰੀ ਕੇਸਰ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ। ਇਸਤਰੀ ਕੇਸਰ ਦਾ 3 ਭਾਗ, ਜਿਹਦਾ ਆਪਾਂ ਪਹਿਲਾਂ ਵੀ ਪੜ੍ਹਿਆ, ਪਰਾਗਕਣ ਗ੍ਰਾਹੀ, ਪਰਾਗਕਣ ਵਹਿਨੀ, ਬੀਜ ਦਾਨੀ,
ਜਿਹਦੇ ਵਿੱਚ ਬੀਜ ਅੰਡ ਹੁੰਦੇ ਹਨ। ਇਹਦੇ ਵਿੱਚ ਪਰਾਗਣ ਕਿਰਿਆ ਜੋ ਹੈ ਉਹ ਅੱਗੇ ਦੋ ਤਰ੍ਹਾਂ ਦੀ ਬੇਟਾ ਜੀ ਹੁੰਦੀ ਹੈ, ਸਵੈ ਪਰਾਗਣ ਤੇ ਪਰ ਪਰਾਗਣ। ਹੁਣ ਆਪਾਂ ਇਹਦੇ ਬਾਰੇ ਚਰਚਾ ਕਰਾਂਗੇ ਕਿ ਸਵੈ ਪਰਾਗਣ ਤੇ ਪਰ ਪਰਾਗਣ ਕੀ ਹੁੰਦਾ ਹੈ ਬੇਟੇ। ਸਵੈ ਪਰਾਗਣ ਦੇ ਵਿੱਚ ਜਦੋਂ ਫੁੱਲ ਦੇ ਪਰਾਗ ਕਣ ਉਸੇ ਹੀ ਫੁੱਲ ਦੇ ਪਰਾਗ ਕਣ ਗ੍ਰਾਹੀ ਦੇ ਉੱਤੇ ਸਥਾਨਾਂਤਰਨ ਹੁੰਦੇ ਹਨ, ਡਿੱਗਦੇ ਹਨ, ਉਸ ਨੂੰ ਆਪਾਂ ਕਹਿੰਦੇ ਹਾਂ ਸਵੈ, ਉਸੇ ਫੁੱਲ ਦੇ ਸਵੈ ਪਰਾਗਣ। ਪਰ ਜਦੋਂ ਇਹ ਪਰਾਗ ਕਣ ਦੂਸਰੇ ਫੁੱਲ ਦੇ, ਉਸੇ ਪੌਦੇ ਦੇ ਦੂਸਰੇ ਫੁੱਲ ਦੇ ਪਰਾਗ ਕਣਗ੍ਰਾਹੀ ਦੇ ਉੱਤੇ ਪਰਾਗ ਕਣ ਡਿੱਗਦੇ ਹਨ ਜਾਂ ਕਿਸੇ ਹੋਰ ਪੌਦੇ ਦੇ ਫੁੱਲ ਦੇ ਪਰਾਗ ਕਣਗ੍ਰਾਹੀ ਦੇ ਉੱਤੇ ਡਿੱਗਦੇ ਹਨ ਤਾਂ ਇਸ ਨੂੰ ਆਪਾਂ ਕਹਿੰਦੇ ਹਾਂ ਕ੍ਰੋਸ ਪੋਲੀਨੇਸ਼ਨ ਜਾਂ ਪਰ ਪਰਾਗਣ। ਪਰ ਮੀਨ ਦੂਸਰੇ ਪਾਸੇ, ਦੂਸਰੇ ਫੁੱਲ ਦੇ ਉੱਤੇ, ਉਸ ਨੂੰ ਆਪਾਂ ਪਰ ਪਰਾਗਣ ਕਹਿੰਦੇ ਹਾਂ। ਜਦੋਂ ਫਿਰ ਇੱਕ ਵਾਰੀ ਮੈਂ ਤੁਹਾਨੂੰ ਰਿਪੀਟ ਕਰਕੇ ਦੱਸਦੀ ਹਾਂ ਕਿ ਜਦੋਂ ਇਹ ਪਰਾਗ ਕਣ ਉਸੇ ਫੁੱਲ ਦੇ, ਸੇਮ ਫੁੱਲ ਦੇ ਪਰਾਗ ਕਣਗ੍ਰਾਹੀ ਦੇ ਉੱਤੇ ਪੈਂਦੇ ਹਨ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਸਵੈ ਪਰਾਗਣ। ਪਰ ਇਹ ਪਰਾਗ ਕਣ ਜਦੋਂ ਉਸੇ ਪੌਦੇ ਦੇ ਦੂਸਰੇ ਕਿਸੇ ਫੁੱਲ 'ਤੇ ਜਾਂ ਕਿਸੇ ਹੋਰ ਪੌਦੇ ਦੇ ਫੁੱਲ ਦੇ ਉੱਤੇ ਪੈਂਦੇ ਹਨ, ਪਰਾਗ ਕਣਗ੍ਰਾਹੀ ਦੇ ਉੱਤੇ ਪੈਂਦੇ ਹਨ, ਉਹਨੂੰ ਆਪਾਂ ਕਹਿੰਦੇ ਹਾਂ ਪਰ ਪਰਾਗਣ ਕਹਿੰਦੇ ਹਾਂ। ਜਿਸ ਤਰ੍ਹਾਂ ਤੁਸੀਂ ਇੱਥੇ ਵੀ ਦੇਖੋ ਕਿ ਹੈ ਪਰ ਪਰਾਗਣ। ਇੱਕ ਇੱਥੋਂ ਪਰਾਗ ਕਣ ਜੋ ਹਨ ਉਹ ਦੂਸਰੇ ਇੱਥੋਂ ਪਰਾਗ ਕਣ ਦੂਸਰੇ ਪਰਾਗ ਕਣਗ੍ਰਾਹੀ ਦੇ ਵਿੱਚ ਡਿੱਗ ਰਹੇ ਹਨ। ਇਹ ਵਾਲੇ ਪਰਾਗ ਕਣ ਜਿਹੜੇ ਆ ਦੂਸਰੇ ਫੁੱਲ ਦੇ ਪਰਾਗ ਕਣਗ੍ਰਾਹੀ ਦੇ ਉੱਤੇ ਡਿੱਗ ਰਹੇ ਹਨ। ਜੋ ਕ੍ਰੋਸ ਪੋਲੀਨੇਸ਼ਨ ਹੈ, ਪਰ ਪਰਾਗਣ ਹੈ, ਇਹ ਕੀਟਾਂ ਰਾਹੀਂ, ਕੀਟਾਂ ਦੇ ਪੈਰਾਂ ਨਾਲ ਕਈ ਵਾਰ ਕੀ ਹੁੰਦੇ ਪਰਾਗ ਕਣ ਜਿਹੜੇ ਆ ਉਹ ਲੱਗ ਜਾਂਦੇ ਹਨ। ਹਵਾ ਦੇ ਰਾਹੀਂ, ਪਾਣੀ ਦੇ ਵਹਾਅ ਰਾਹੀਂ ਜਿਹੜੇ ਆ ਦੂਸਰੀ ਜਗ੍ਹਾ 'ਤੇ ਜਾ ਕੇ ਉੱਥੇ ਜਿਹੜੇ ਹੈ ਕ੍ਰੋਸ ਪੋਲੀਨੇਸ਼ਨ ਜਿਹੜੀ ਹੈ ਇਹਦੀ ਕਿਰਿਆ ਸ਼ੁਰੂ ਕਰ ਦਿੰਦੇ ਹਨ। ਪਿਆਰੇ ਬੱਚਿਓ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੋ ਮੈਂ ਦੱਸੀਆਂ ਆ ਤੁਹਾਨੂੰ ਇਹ ਜ਼ਰੂਰ ਸਮਝ ਆਈਆਂ ਹੋਣਗੀਆਂ। ਫਿਰ ਵੀ ਇਹਦੀ ਮੈਂ ਤੁਹਾਨੂੰ ਜਿਹੜੀ ਹੈ ਐਕਟੀਵਿਟੀ ਜਿਹੜੀ ਹੈ ਉਹ ਫੁੱਲਾਂ ਦੇ ਰਾਹੀਂ ਤੁਹਾਨੂੰ ਮੈਂ ਕਰਕੇ ਜੋ ਹੈ ਉਹ ਦੱਸਦੀ ਹਾਂ। ਬੇਟਾ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਹੈ ਕਿ ਫੁੱਲ ਦੇ ਆਪਾਂ ਵੱਖ-ਵੱਖ ਭਾਗ ਉਹ ਤੁਹਾਨੂੰ ਮੈਂ ਇੱਥੇ ਹੁਣੇ ਦੱਸਦੀ ਹਾਂ। ਜਿਸ ਤਰ੍ਹਾਂ ਕਿ ਆਪਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ, ਹਰੀਆਂ ਪੱਤੀਆਂ ਬਾਰੇ ਜਾਣਿਆ ਸੀ। ਇਹ ਫੁੱਲ ਦੀਆਂ ਕੀ ਨੇ, ਹਰੀਆਂ ਪੱਤੀਆਂ। ਉਸ ਤੋਂ ਬਾਅਦ ਫੁੱਲ ਦੀਆਂ ਕੀ ਆ ਗਈਆਂ, ਇਹ ਰੰਗਦਾਰ ਪੱਤੀਆਂ। ਇਸ ਨੂੰ ਅਸੀਂ ਹੌਲੀ ਹੌਲੀ ਸਾਰੇ ਪੱਤੀਆਂ ਨੂੰ ਅਸੀਂ ਕੱਢਾਂਗੇ। ਆ ਦੇਖੋ, ਇਹ ਜਦੋਂ ਸਾਰੀਆਂ ਪੱਤੀਆਂ ਨੂੰ ਅਸੀਂ ਕੱਢ ਦਿੱਤਾ ਹੈ ਤੇ ਸਾਡੇ ਅੱਗੇ ਬਹੁਤ ਜ਼ਿਆਦਾ ਸਾਨੂੰ ਫੁੱਲ ਦੇ ਜਨਨ ਅੰਗ ਜੋ ਹਨ ਬਹੁਤ ਹੀ ਜ਼ਿਆਦਾ ਕਲੀਅਰ ਨਜ਼ਰ ਆਏ ਹਨ। ਆ ਦੇਖੋ, ਇਹ ਸਾਰੇ ਕੀ ਹਨ, ਪੁੰਕੇਸਰ ਹਨ। ਜੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਬੇਟਾ, ਇਹ ਸਾਰੇ ਕੀ ਹਨ, ਪੁੰਕੇਸਰ। ਇਹ ਸਾਰੇ ਪੁੰਕੇਸਰਸ ਨੂੰ ਆਪਾਂ ਇੱਕ ਸਲਾਈਡ ਤੇ ਰੱਖਾਂਗੇ। ਹਾਂਜੀ ਬੇਟਾ, ਆ ਦੇਖੋ, ਮੈਂ ਹਿਬਿਸਕਸ ਰੋਜ਼ਾ ਔਰ ਰੋਜ਼ ਤੇ ਔਰ ਹੋਰ ਵੀ ਹੈ ਇੱਕ ਫੁੱਲ ਦੇ ਮੈਂ ਆ ਵੇਖੋ ਪੁੰਕੇਸਰ ਔਰ ਤੰਤੂ ਉਹਨਾਂ ਦੇ ਬਹੁਤ ਜ਼ਿਆਦਾ ਕਲੀਅਰ ਨਜ਼ਰ ਆ ਰਹੇ ਨੇ। ਆ ਦੇਖੋ, ਇਸ ਤੋਂ ਬਾਅਦ ਆਪਾਂ ਬੇਟੇ ਦੇਖਾਂਗੇ ਇਸਤਰੀ ਕੇਸਰ ਦੇ ਵੱਖ-ਵੱਖ ਭਾਗਾਂ ਬਾਰੇ। ਆ ਦੇਖੋ ਬੇਟਾ, ਅਸੀਂ ਹੁਣ ਇਸਤਰੀ ਕੇਸਰ ਦੇ ਬਾਰੇ ਜਾਣਾਂਗੇ। ਅਸੀਂ ਥੋੜਾ ਜਿਹਾ ਕੱਟ ਲਗਾਇਆ ਇੱਥੇ। ਇਸਤਰੀ ਕੇਸਰ ਦੇ ਕਿੰਨੇ ਭਾਗ ਹੁੰਦੇ ਬੇਟੇ ਦੱਸੋ? ਤੁਹਾਨੂੰ ਪਹਿਲਾਂ ਵੀ ਦੱਸਿਆ ਸੀ 3 ਭਾਗ ਹੁੰਦੇ ਆ। ਸ਼ਾਬਾਸ਼, ਕਿਹੜਾ ਕਿਹੜਾ? ਸਟਿਗਮਾ, ਸਟਾਈਲ ਤੇ ਓਵਰੀ। ਆ ਦੇਖੋ, ਆ ਦੇਖੋ, ਇਹ ਅਜੇ ਇਹਦੇ ਛੋਟੇ ਛੋਟੇ ਜਿਹੜੇ ਆ ਅੰਡ ਬੀਜ ਜਿਹੜੇ ਆ ਉਹ ਬਣੇ ਹਨ। ਆ ਦੇਖੋ, ਬਹੁਤ ਕਲੀਅਰ ਨਜ਼ਰ ਆ ਰਹੇ ਨੇ ਅੰਡ ਬੀਜ। ਸਭ ਤੋਂ ਉੱਪਰ ਕੀ ਹੋ ਗਿਆ, ਪਰਾਗਕਣ ਗ੍ਰਾਹੀ। ਫਿਰ ਆ ਨੀਚੇ ਕੀ ਹੈ, ਪਰਾਗਕਣ ਵਹਿਣੀ। ਔਰ ਥੱਲੇ ਕੀ ਹਨ, ਬੀਜ। ਆ ਓਵਰੀ ਹੈ ਸਾਰੀ। ਆ ਓਵਰੀ ਦੇ ਵਿੱਚ ਸਾਨੂੰ ਬਹੁਤ ਜਿਹੜੇ ਕਲੀਅਰ ਹੈ ਉਹ ਬੀਜ ਅੰਡ ਜਿਹੜੇ ਆ ਨਜ਼ਰ ਆ ਰਹੇ ਹਨ। ਲਿੰਗੀ ਜਨਨ ਦੇ ਵਿੱਚ ਜਿਹੜੇ ਨਰ ਅਤੇ ਮਾਦਾ ਜੁਗਮਕਾਂ ਦੇ ਸੁਮੇਲ ਤੋਂ ਜੁਗਮਜ ਬਣਦਾ ਹੈ।
मैं हिबिस्कस रोज़ा प्लांट का भी इस तरीके से कढ़िया से जिस बहुत ज़्यादा क्लीयर है। ये साढ़े कोल है स्टिग्मा, स्टाइल ते ओवरी। ठीक है बेटे, और मैं उम्मीद करती हाँ कि ये सारे बच्चे ये एक्टिविटी जो है वो जरूर करनगे। फुल नूं लैके फुल दे जनन अंगां बारे जानन दी कोशिश करनगे और इस दे नाल जिहड़ा तुहाडे इस टॉपिक है जो एक्टिविटी है उहदे बारे तुहानूं फुल जिहड़ी है नॉलेज जिहड़ी है वो मिलेगी। बच्चों सारे बच्चे अपनी कॉपी के उत्ते फुल के जनन अंग जिहड़े आ जरूर बनाएंगे, उन्होंने वक्-वक् जिहड़े आ वो भागां नूं लिखणगे ते स्क्रीन के उत्ते दिते हुए क्वेश्चन फुल के जनन अंग पुंकेसर के भाग इस्त्री केसर के वक्-वक् भागां दे नाम प्राकरण किन्नी तरह का हुंदा है, इस सारिਆਂ ਨੂੰ ਪਹਿਲਾਂ समझ के सारे बच्चे अपनी कॉपी के उत्ते लिखणगे, इनू बार बार रिपीट करनगे और फुल की जिहड़ी एक्टिविटी है वो सारे बच्चे जिहड़े आ जरूर करनगे, खुद करके देखणगे। जो तुसीं खुद करके देखोगे तो बच्चों ये चीज़ां जिहड़ियां लंबे समय तक सानूं जिहड़ियां वो याद रहिंदियां। थैंक यू, स्टे होम, स्टे सेफ।